ਆਪਣੇ ਧਾਰਮਿਕ ਸਰੋਤਾਂ ਤੋਂ ਸਾਨੂੰ ਤੋੜਿਆ ਜਾ ਰਿਹਾ ਹੈ ਤੇ ਗੁਰਬਾਣੀ ਦੇ ਸ਼ਬਦਾਂ ਦੀ ਦਲੀਲ ਦੇ ਕਰਕੇ ਤੁਸੀਂ ਪ੍ਰਕਰਨ ਨੂੰ ਨਾ ਸਮਝਿਆ। ਦਲੀਲ ਸਿਆਣੇ ਬੰਦੇ ਨੂੰ ਕਾਇਲ ਕਰ ਦਿੰਦੀ ਹੈ, ਮੰਨਦੇ ਹਾਂ, ਪਰ ਸਾਰਾ ਕੁਝ ਦਲੀਲ ਤੇ ਨਹੀਂ ਖੜਾ ਹੋਇਆ। ਸਾਧ ਸੰਗਤ ਜੀ, ਜਿੰਨਾ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਇਦਾਰੋ ਮਦਾਰ ਹੈ, ਸ਼ਰਧਾ ਤੇ ਪਿਆਰ ਦੇ ਆਸਰੇ ਤੇ ਖੜਾ ਹੈ, ਦਲੀਲ ਦੇ ਆਸਰੇ ਤੇ ਨਹੀਂ ਖੜਾ। ਜੇ ਦਲੀਲ ਦਿਆਂ, ਧਿਆਨ ਦੇਣਾ, ਭਗਤ ਕਬੀਰ ਸਾਹਿਬ ਦਾ ਸ਼ਬਦ ਹੈਗਾ। ਕਬੀਰ ਸਾਹਿਬ ਮੁੱਲਾ ਮਨਾਰੇ ਤੇ ਚੜ੍ਹ ਕੇ ਬਾਂਗ ਦੇ ਰਿਹਾ ਸੀ। ਉਹਨੂੰ ਕਹਿੰਦੇ ਤੂੰ ਉੱਚੀ ਕੀ ਬੋਲੀ ਜਾਣਾ? ਖੰਡਨ ਕਰਦੇ ਆ ਉੱਚੀ ਬੋਲਣ ਦਾ। ਕਬੀਰ ਸਾਹਿਬ ਕਰਦੇ ਆ ਨਾ, ਮੁੱਲਾ ਮਨਾਰੇ ਕਿਆ ਚੜੇ ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਮੁੱਲਾ ਜਿਹਨੂੰ ਮਿਲਣ ਵਾਸਤੇ ਤੂੰ ਬਾਂਗ ਦੇ ਰਿਹਾ ਉਹ ਤੇ ਤੇਰੇ ਅੰਦਰ ਬੈਠਾ ਹੋਇਆ, ਕਹਿੰਦੇ ਆ ਨਾ ਕਬੀਰ ਸਾਹਿਬ। ਤੇ ਦੂਸਰੇ ਪਾਸੇ ਕਬੀਰ ਸਾਹਿਬ ਕੀ ਕਹਿੰਦੇ ਆ? ਕਬੀਰ ਸਾਹਿਬ ਕਹਿੰਦੇ ਕਬੀਰ ਕੇ ਸੌ ਕੂਕੀ ਹੈ, ਨਾ ਸੋਈਐ ਆਸਾਰ, ਰਾਤ ਦਿਵਸ ਕੈ ਕੂਕਨ, ਕਬਹੂ ਕੈ ਸੁਨੈ ਪੁਕਾਰ। ਟਕਰਾ ਗਏ ਦੋਵੇਂ ਸ਼ਬਦ, ਕਬੀਰ ਸਾਹਿਬ ਦੇ ਹੀ ਹੈ। ਇੱਕ ਪਾਸੇ ਕਬੀਰ ਸਾਹਿਬ ਤੁਸੀਂ ਕਹੀ ਜਾਂਦੇ ਉੱਚੀ ਬੋਲੋ ਨਾ, ਪਖੰਡ ਹੈ। ਇੱਕ ਪਾਸੇ ਕਹਿੰਦੇ ਉੱਚੀ ਉੱਚੀ ਬੋਲੋ, ਉਹਨੂੰ ਪੁਕਾਰੋ, ਕੀ ਕਰੀਏ? ਖਾਲਸਾ ਜੀ, ਜਿਸ ਵੀ ਗੁਰਬਾਣੀ ਦੇ ਸ਼ਬਦ ਨੂੰ ਆਪ ਜੀ ਵਿਚਾਰਦੇ ਹੋ ਨਾ, ਜਿਵੇਂ ਸਤਿਕਾਰਯੋਗ ਗਿਆਨੀ ਜੀ ਦੱਸ ਕੇ ਗਏ ਹੈ ਕਿ ਸਾਡੇ ਪਹਿਲਾਂ ਬਜ਼ੁਰਗ ਅੰਨ ਪਾਣੀ ਛਕ ਕੇ ਰਾਤ ਨੂੰ 2-2 ਘੰਟੇ ਜਨਮ ਸਾਖੀ ਸੁਣਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ। ਸਿੱਖਾਂ ਨੂੰ ਪਤਾ ਹੁੰਦਾ ਸੀ ਕਿ ਇਹ ਸ਼ਬਦ ਮਹਾਰਾਜ ਨੇ ਕਿੱਥੇ, ਕਦੋਂ ਤੇ ਕਿਹਦੇ ਪ੍ਰਥਾਏ ਉਚਾਰਿਆ। ਸਾਰੀ ਸਮਝ ਲੱਗ ਜਾਣੀ ਤੁਹਾਨੂੰ ਸ਼ਬਦ ਦੀ। ਤੇ ਜੇ ਤੁਹਾਨੂੰ ਇਹ ਹੀ ਨਹੀਂ ਪਤਾ ਕਿ ਸ਼ਬਦ ਕਿੱਥੇ, ਕਦੋਂ ਤੇ ਕਿਹਦੇ ਪ੍ਰਥਾਏ ਉਚਾਰਿਆ, ਅਰਥ ਦੇ ਅਨਰਥ ਕਰ ਦਿਓਗੇ। ਹਰੇਕ ਸ਼ਬਦ ਦਾ ਪ੍ਰਕਰਣ ਹੈ, ਤੇ ਪ੍ਰਕਰਣ ਤੋਂ ਬਾਅਦ ਜਦੋਂ ਜਾ ਕੇ ਉਹ ਦਲੀਲ ਦਿੰਦੇ ਆ ਨਾ, ਤੇ ਸਿੱਖ ਕਾਇਲ ਹੋ ਜਾਂਦੇ। ਵੇਖੋ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦੱਸਿਆ ਸਾਨੂੰ। ਇਹ ਪਤਾ ਹੀ ਨਹੀਂ ਕਿ ਕੈਪਸੂਲ ਦੇ ਵਿੱਚ ਜ਼ਹਿਰ ਮਿਲਾ ਕੇ ਦੇ ਦਿੱਤੀ ਹੈ ਕਿ ਲੈ ਖਾ ਲੈ ਤੇ ਮਰ ਜਾ। ਤੇ ਉਹਨਾਂ ਦੀਆਂ ਦਲੀਲਾਂ ਨੂੰ ਸੁਣ ਸੁਣ ਕੇ ਉਹ ਨਿਹਾਲ ਹੋਈ ਜਾਂਦੇ। ਟੋਰਾਂਟੋ ਵਿਖੇ ਕਿਸੇ ਗੁਰਮੁਖ ਦੇ ਘਰੇ ਪ੍ਰਸ਼ਾਦਾ ਛਕਣ ਗਏ, ਟਾਕਰਾ ਹੋ ਜਾਂਦਾ ਕਈ ਵਾਰ। ਉਹ ਕਹਿੰਦਾ ਜੀ, ਜੇ ਬਾਬਾ ਫਰੀਦ ਸਾਹਿਬ ਨੇ ਗਲਤ ਲਿਖਿਆ ਸੀ ਤੇ ਉਹਨੂੰ ਲਿਖਣਾ ਹੀ ਨਹੀਂ ਚਾਹੀਦਾ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਸ਼ਬਦ। ਮੈਂ ਕਿਹਾ ਹੁਣ ਤੂੰ ਦੱਸੇਂਗਾ ਕਿ ਭਾਈ ਗੁਰੂ ਅਰਜਨ ਸਾਹਿਬ ਨੂੰ ਕੀ ਲਿਖਣਾ ਚਾਹੀਦਾ ਸੀ ਤੇ ਕੀ ਨਹੀਂ ਸੀ ਲਿਖਣਾ ਚਾਹੀਦਾ। ਧਿਆਨ ਦੇਣਾ, ਜਿੱਥੇ ਸ਼ਲੋਕ ਆਉਂਦੇ ਆ ਨਾ, ਕਬੀਰ ਸਾਹਿਬ ਦੇ ਸ਼ਲੋਕ ਆਉਂਦੇ ਆ, ਸ਼ੰਕੇ ਬਹੁਤ ਜ਼ਿਆਦਾ ਨੇ। ਤੇ ਸਾਨੂੰ ਵੀ ਜਦੋਂ ਅੰਦਰ ਗਿਆਨ ਖੁੱਲਦਾ ਹੈ ਨਾ, ਫਿਰ ਸਮੇਂ ਦਾ ਨਹੀਂ ਪਤਾ ਲੱਗਦਾ ਕਿ ਸਮਾਂ ਕਿੱਧਰ ਨੂੰ ਜਾ ਰਿਹਾ। ਪਰ ਧਿਆਨ ਦਿਓ, ਸ਼ੰਕੇ ਇੰਨੇ ਜ਼ਿਆਦੇ ਪਾਏ ਜਾਂਦੇ ਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਸ਼ਬਦ ਲਿਖਣੇ ਨਹੀਂ ਸੀ ਚਾਹੀਦੇ ਜਿਨ੍ਹਾਂ ਦਾ ਬਾਅਦ ਵਿੱਚ ਨਿਰਣਾ ਦਿੱਤਾ। ਸਾਧ ਸੰਗਤ ਜੀ, ਅਸਲ ਦੇ ਵਿੱਚ ਉਹਨਾਂ ਸ਼ਬਦਾਂ ਨੂੰ ਸਤਿਗੁਰੂ ਜੀ ਨੇ ਖੋਲਿਆ। ਹੁਣ ਭਾਈ ਗੁਰਦਾਸ ਜੀ ਨੂੰ ਫਿਰ ਵਾਰਾਂ ਰਚਣ ਦੀ ਲੋੜ ਕੀ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈਗੀ ਸੀ? ਤੇ ਮਹਾਰਾਜ ਨੇ ਕੁੰਜੀ ਦਾ ਖਿਤਾਬ ਦੇ ਦਿੱਤਾ। ਤਾਲਾ ਕੁੰਜੀ ਤੋਂ ਬਿਨਾਂ ਨਹੀਂ ਖੁੱਲਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਗੋਝ ਗੰਢਾਂ ਨਹੀਂ ਖੁੱਲਦੀਆਂ ਜਿੰਨਾ ਚਿਰ ਗੁਰਸਿੱਖ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਹੀਂ ਪੜ੍ਹਦੇ। ਤੇ ਮਾਫ ਕਰਨਾ, ਆਪਾਂ ਗੱਲ ਕਰਦੇ ਆਂ ਬਚਿੱਤਰ ਨਾਟਕ ਦੀ, ਸ਼੍ਰੀ ਦਸਮ ਗ੍ਰੰਥ ਦੀ, ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ। ਪੜ੍ਹਿਆ ਆਸਾਂ ਜਪਜੀ ਸਾਹਿਬ ਵੀ ਨਹੀਂ ਹੁੰਦਾ, ਸੰਥਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਨਹੀਂ ਕੀਤੀ, ਤੇ ਸਾਨੂੰ ਕਿਵੇਂ ਪਤਾ ਲੱਗੇ ਕਿ ਸ਼੍ਰੀ ਦਸਮ ਗ੍ਰੰਥ ਗੁਰੂ ਸਾਹਿਬ ਦੀ ਬਾਣੀ ਹੈ ਜਾਂ ਨਹੀਂ? ਅਸੀਂ ਆਉਂਦਿਆਂ ਕਿਸੇ ਨੂੰ ਇਹ ਤਾਂ ਨਹੀਂ ਕਹਿੰਦੇ ਆ ਤੈਨੂੰ ਦਸਮ ਗ੍ਰੰਥ ਦੀ ਸੰਥਿਆ ਕਰਾਈਏ। ਸਭ ਤੋਂ ਪਹਿਲਾਂ ਇਹ ਕਹਿੰਦੇ ਭਾਈ ਤੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਕਰਨੀ ਪੈਣੀ। ਇੱਕ ਕੋਈ ਪ੍ਰੇਮੀ ਆ ਗਿਆ, ਕਹਿੰਦਾ ਜੀ ਕਥਾ ਕਰਨ ਨਾਲ ਬਾਹਰ ਚਲੇ ਜਾਈਦਾ, ਇੰਗਲੈਂਡ ਕੈਨੇਡਾ ਵਿਖੇ, ਤੇ ਚੰਗੇ ਡਾਲਰ ਇਕੱਠੇ ਹੋ ਜਾਂਦੇ ਆ, ਤੇ ਐਂ ਕਿਉਂ ਗਿਆਨੀ ਜੀ ਮੈਨੂੰ ਕਥਾ ਸਿਖਾ ਦਿਓ।
ਮੈਂ ਕਿਹਾ ਸੰਥਿਆ ਕੀਤੀ, ਕਹਿੰਦਾ ਉਹਦੀ ਕੀ ਲੋੜ ਹੈ, ਕਥਾ ਸਿਖਾ ਦਿਓ, ਬਸ 4 ਸਾਖੀਆਂ ਦੱਸੋ, ਅਰਥ ਕਰਨੇ ਦੱਸ ਦਿਓ। ਸੰਥਿਆ ਤੋਂ ਬਿਨਾਂ ਕਥਾ ਕਿਵੇਂ ਆ ਜਾਵੇਗੀ। ਤੇ ਸਾਧ ਸੰਗਤ ਜੀ ਮਾਫ ਕਰਨਾ, ਐਸੇ ਪ੍ਰਚਾਰਕ ਹੈਗੇ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੱਧ ਸੰਥਿਆ ਨਹੀਂ ਕੀਤੀ, ਪਰ ਪ੍ਰਚਾਰ ਕਰਨਾ 4 ਅੱਖਰ ਸਿੱਖ ਗਏ। ਕਿਹਾ ਜਾਂਦਾ ਸੀ ਕਿ ਭਗਤ ਬਾਣੀ ਵੱਖਰੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਲੱਗਾ ਕਰ ਦਿਓ, ਗੁਰੂ ਕੀ ਬਾਣੀ ਰਹਿਣ ਦਿਓ ਕੇਵਲੇ ਦੇ ਵਿੱਚ। ਭਗਤ ਬਾਣੀ ਵੱਖਰੀ ਨਹੀਂ ਹੈ, ਸਤਿਗੁਰੂ ਜੀ ਨੇ ਆਪਣੇ ਸ਼੍ਰੀ ਮੁਖ ਤੋਂ ਉਚਾਰੀ ਹੈ, ਗੁਰੂ ਅਰਜਨ ਸਾਹਿਬ ਦੇ ਸ਼੍ਰੀ ਮੁਖ ਤੋਂ ਉਚਾਰਨ ਹੋਈ ਹੈ। ਤੇ ਸਾਰੇ ਭੇਦ ਖਤਮ ਕੀਤੇ ਹੋਏ ਹੈ। ਗੌੜੀ ਰਾਗ ਦੇ ਵਿੱਚ ਬਚਨ ਆਉਂਦੇ ਆ, ਗੌੜੀ ਕਬੀਰ ਜੀ ਕੀ ਲਿਖਦੇ ਅੱਗੇ ਮਹਾਰਾਜ ਲਿਖਦੇ, ਨਾਲ ਰਲਾਏ ਲਿਖਿਆ ਮਹੱਲਾ ਪੰਜਵਾ। ਕੋ ਰਹਿਣ ਦਿੱਤਾ ਸ਼ੱਕ। ਫਿਰ ਮਹਾਰਾਜ ਨੇ ਸ਼ਬਦ ਲਿਖਿਆ, ਮਾਤਾ ਭੈਂਸਾ ਅਮੋਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ। ਭਗਤ ਬਾਣੀ ਨੂੰ ਆਪਣਾ ਹੀ ਸਵਰੂਪ ਦਿੱਤਾ ਸੱਚੇ ਪਾਤਸ਼ਾਹ ਨੇ। ਇਹ ਨਹੀਂ ਕਿ ਇਹ ਭਗਤਾਂ ਦੀ ਬਾਣੀ ਹੈ ਤੇ ਗੁਰੂ ਕੀ ਬਾਣੀ ਨਹੀਂ। ਮੈਂ ਐਵੇਂ ਵਧਾ ਚੜਾ ਕੇ ਨਹੀਂ ਕਹਿ ਰਿਹਾ, ਪਰ ਇਹੋ ਜਿਹੇ ਸਾਧ ਸੰਗਤ ਜੀ ਸ਼ੰਕੇ ਉੱਠ ਰਹੇ ਆ। ਅੱਜ ਤੋਂ 30 ਸਾਲ ਪਹਿਲਾਂ ਉੱਠੇ ਸੀ, ਵੱਖ ਕਰ ਦੇਣ ਲੱਗੇ ਸੀ। ਦਮਦਮੀ ਟਕਸਾਲ ਦੇ 12ਵੇਂ ਮੁਖੀ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਉਪਰਾਲਾ ਕੀਤਾ ਸੀ। ਉਹ ਬਲਾਕ ਸੰਤ ਕਰਤਾਰ ਸਿੰਘ ਜੀ ਮਹਾਂਪੁਰਖਾਂ ਨੇ ਕੌਲਸਰ ਸਰੋਵਰ ਦੇ ਵਿੱਚ ਲੁਕਾ ਕੇ ਰੱਖੇ ਸਨ। ਉਹ ਵਿਸ਼ੇ ਤੇ ਮੈਂ ਆਇਆ ਤੇ ਵਿਸਥਾਰ ਨਾਲ ਜ਼ਰੂਰ ਦੱਸਾਂਗਾ। ਗੁਰੂ ਪਿਆਰੇ ਖਾਲਸਾ ਜੀ, ਜਦੋਂ ਤੁਹਾਡੇ ਮਨ ਅੰਦਰ ਕੋਈ ਸ਼ੰਕਾ ਪੈਦਾ ਹੁੰਦਾ ਨਾ, ਉਹਦੀ ਨਿਵਰਤੀ ਵਾਸਤੇ ਯਤਨਸ਼ੀਲ ਹੋਇਆ ਕਰੋ। ਵੇਖੋ, ਸਭ ਤੋਂ ਵੱਡਾ ਸਰੋਤ ਹੁੰਦਾ ਜਿਸ ਗੁਰਦੁਆਰੇ ਸਾਹਿਬ ਆਉਨੇ ਆ, ਉੱਥੇ ਗ੍ਰੰਥੀ ਸਿੰਘ ਸਾਹਿਬਾਨ ਸੇਵਾ ਕਰਦੇ ਆ, ਉਹ ਤੁਹਾਡੇ ਸੰਕਿਆਂ ਦੀ ਨਿਵਰਤੀ ਦਾ ਸਰੋਤ ਹੁੰਦਾ। ਆਓ ਪੁੱਛੋ, ਗਿਆਨੀ ਜੀ ਇਹ ਕੀ ਲਿਖਿਆ ਹੋਇਆ ਹੈ, ਮੈਨੂੰ ਸਮਝ ਨਹੀਂ ਆਉਂਦੀ, ਦੱਸੋ। ਜੇ ਨਾ ਤਸੱਲੀ ਹੋਵੇ ਫਿਰ ਯਤਨਸ਼ੀਲ ਰਹੇ ਕਿ ਕੋਈ ਐਸਾ ਗੁਰਮੁਖ ਕੋਈ ਮਹਾਂਪੁਰਸ਼ ਮਿਲੇ, ਮੈਂ ਉਹਨੂੰ ਪੁੱਛ ਕੇ ਆਪਣਾ ਸ਼ੰਕਾ ਨਿਵਰਤ ਕਰ ਲਵਾਂ।